ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਜੇਤਾ ਜੀਉ ਬਿਨ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਦੂਜਾ। ਏਕ ਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ। ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ। ਪੌੜੀ। ਨਾਨਕ ਅੰਤ ਨਾ ਜਾਪਣੀ ਹਰਿ ਤਾਕੇ ਪਾਰਾਵਾਰ। ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਇਕ ਨਾ ਗਲੀ ਜੰਜੀਰੀਆ ਇਕ ਤੁਰੀ ਚੜ੍ਹੈ ਵਿਸਿਆਰ। ਆਪ ਕਰਾਏ ਕਰੇ ਆਪ ਹਉ ਕੈਸਿਉ ਕਰੀ ਪੁਕਾਰ। ਨਾਨਕ ਕਰਨਾ ਜਿਨ ਕੀਆ ਫਿਰ ਤਿਸੀ ਕਰਨੀ ਸਾਰ। ਨਾਨਕ ਕਰਨਾ ਜਿਨ ਕੀਆ ਫਿਰ ਤਿਸੀ ਕਰਨੀ ਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ। ਗੁਰਬਾਣੀ ਦੀ ਜੋ ਲੜੀਵਾਰ ਕਥਾ ਆਪ ਰੋਜ਼ ਸਰਵਣ ਕਰ ਰਹੇ ਹੋ ਤੇ ਇਹਦੇ ਤਹਿਤ ਆਸਾ ਕੀ ਵਾਰ ਦੀ 23ਵੀਂ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਹਨ। ਪਹਿਲੇ ਸ਼ਲੋਕ ਦੀ ਕਥਾ ਆਪ ਜੀ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤੀ ਹੈ। ਦੂਸਰਾ ਸ਼ਲੋਕ ਅਤੇ ਪੌੜੀ ਦਾ ਪਾਠ ਆਪ ਜੀ ਨੇ ਇਸ ਸਮੇਂ ਸਰਵਣ ਕੀਤਾ ਹੈ। ਇਹ ਪਾਵਨ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 475 ਅੰਗ 'ਤੇ ਸੁਭਾਏਮਾਨ ਹਨ। ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਜੋ ਸ਼ਲੋਕ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਪੌੜੀ ਵਾਲਾ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਸਾਹਿਬ ਸੱਚੇ ਪਾਤਸ਼ਾਹ ਪੌੜੀ ਵਾਲੇ ਸ਼ਬਦ ਦੇ ਵਿੱਚ ਜੋ ਬਖਸ਼ਿਸ਼ ਕਰ ਰਹੇ ਹਨ, ਸ਼ਲੋਕਾਂ ਦੇ ਵਿੱਚ ਉਸ ਗੱਲ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੈ। ਪੌੜੀ ਵਾਲੇ ਸ਼ਬਦ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਵਾਹਿਗੁਰੂ ਨਿਰੰਕਾਰ ਪਰਮੇਸ਼ਵਰ ਜੀ ਨੇ ਸੰਸਾਰ ਨੂੰ ਬਣਾਇਆ ਹੈ, ਪੈਦਾ ਕੀਤਾ ਹੈ। ਉਸ ਵਾਹਿਗੁਰੂ ਦੇ ਪਾਰਾਵਾਰ ਦਾ ਅੰਤ ਨਹੀਂ ਆਉਂਦਾ। ਆਪ ਹੀ ਉਹ ਸਾਰੇ ਸੰਸਾਰ ਦੀ ਇਸ ਖੇਡ ਨੂੰ ਰਚ ਕੇ ਵੇਖ ਰਿਹਾ ਹੈ। ਮਹਾਰਾਜ ਕਹਿੰਦੇ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਮਾਰਨ ਵਾਲਾ ਵੀ ਉਹ ਆਪ ਹੈ।
ਹੋਰ ਕਿਸੇ ਦੇ ਕੋਲ ਜਾ ਕੇ ਕਿਉਂ ਪੁਕਾਰ ਕਰੀਏ, ਕਿਉਂਕਿ ਵਾਹਿਗੁਰੂ ਵਰਗਾ ਹੋਰ ਕੋਈ ਹੈ ਹੀ ਨਹੀਂ। ਜਿਸ ਵਾਹਿਗੁਰੂ ਪਰਮਾਤਮਾ ਨੇ ਸੰਸਾਰ ਨੂੰ ਪੈਦਾ ਕੀਤਾ ਹੈ, ਸੰਭਾਲ ਵੀ ਉਹੀ ਕਰੇਗਾ, ਹੋਰ ਕੋਈ ਦੂਜਾ ਨਹੀਂ ਕਰੇਗਾ। ਜੇ ਦੂਜੇ ਕੋਲ ਜਾ ਕੇ ਪੁਕਾਰ ਕਰੋਗੇ ਵੀ ਤੇ ਉਹ ਤੁਹਾਡੀ ਸੰਭਾਲ ਨਹੀਂ ਕਰ ਸਕਦਾ। ਜਿਵੇਂ ਤੁਸੀਂ ਆਪਣੇ ਪਿਤਾ ਨੂੰ ਛੱਡ ਕੇ ਕਿਸੇ ਹੋਰ ਗੁਆਂਢੀ ਨੂੰ, ਕਿਸੇ ਹੋਰ ਨੂੰ ਪਿਓ ਦਾ ਥਾਂ ਦਿਓ, ਉਹਦਾ ਸਤਿਕਾਰ ਕਰੋ, ਪਰ ਉਹ ਗੁਆਂਢੀ ਜਾਂ ਕੋਈ ਹੋਰ ਕੋਈ ਤੁਹਾਨੂੰ ਆਪਣੀ ਪ੍ਰਾਪਰਟੀ ਨਹੀਂ ਦੇ ਸਕਦਾ, ਬਲਕਿ ਆਪਣੇ ਘਰ ਵਿੱਚ ਵੜਨ ਵੀ ਨਹੀਂ ਦੇਵੇਗਾ। ਇਸੇ ਤਰ੍ਹਾਂ ਜੇ ਆਪਾਂ ਰੱਬ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀ, ਮੜੀਆਂ ਮੱਟੀਆਂ ਦੀ ਪੂਜਾ ਕਰਾਂਗੇ, ਉਹ ਸਾਡੀ ਸੰਭਾਲ ਨਹੀਂ ਕਰਨਗੇ, ਸਗੋਂ ਸਾਨੂੰ ਹੋਰ ਜ਼ਿਆਦਾ ਖੁਆਰ ਕਰਨਗੇ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਸ ਵਾਹਿਗੁਰੂ ਨਿਰੰਕਾਰ ਨੇ ਸੰਸਾਰ ਬਣਾਇਆ ਹੈ, ਉਸ ਵਾਹਿਗੁਰੂ ਦੀ ਹੀ ਪੂਜਾ ਕਰੋ, ਉਸੇ ਦਾ ਹੀ ਨਾਮ ਜਪੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਲੋਕਾਂ ਦੇ ਵਿੱਚ ਇਸ ਗੱਲ ਨੂੰ ਖੋਲ੍ਹ ਕੇ ਸਮਝਾ ਦਿੱਤਾ ਹੈ ਕਿ ਮਨੁੱਖ ਆਪਣੇ ਵੱਲੋਂ ਜੋ ਕਰਮ ਕਰ ਰਿਹਾ ਹੈ, ਸੋਚਦਾ ਹੈ, ਇਹੀ ਰੱਬ ਦੀ ਇਬਾਦਤ ਹਨ। ਪਰ ਰੱਬ ਦੀ ਇਬਾਦਤ ਉਹ ਹੈ ਜੋ ਰੱਬ ਨੂੰ ਭਾਉਂਦਾ ਹੈ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ, ਆਪਾਂ ਆਪਣੇ ਮਾਤਾ ਪਿਤਾ ਨੂੰ ਵਧੀਆ ਪਾਉਣ ਵਾਸਤੇ ਕੱਪੜੇ ਲੈ ਦਈਏ, ਵਧੀਆ ਰੋਟੀ ਪਾਣੀ ਦੇਣ ਵਾਸਤੇ ਕੋਈ ਨੌਕਰ ਰੱਖ ਦਈਏ, ਪਰ ਆਪ ਉਹਨਾਂ ਦੇ ਕੋਲ ਬੈਠੀਏ ਹੀ ਨਾ, ਕਦੇ ਗੱਲਬਾਤ ਹੀ ਨਾ ਕਰੀਏ ਕਿ ਇਸ ਤਰ੍ਹਾਂ ਸਾਡੇ ਮਾਤਾ ਪਿਤਾ ਸਾਡੇ 'ਤੇ ਖੁਸ਼ ਹੋ ਜਾਣਗੇ। ਉਹ ਕਹਿਣਗੇ ਤੂੰ ਸਾਡੇ ਕੋਲ ਬੈਠਦਾ ਤੇ ਹੈ ਨਹੀਂ, ਅਸੀਂ ਤੇਰੇ ਪਦਾਰਥਾਂ ਨੂੰ ਕੀ ਕਰਨਾ ਹੈ। ਇਸੇ ਤਰ੍ਹਾਂ ਮਨੁੱਖ ਪਰਮਾਤਮਾ ਦੀ ਇਬਾਦਤ ਦੇ ਨਾਮ 'ਤੇ ਕਈ ਤਰ੍ਹਾਂ ਦੇ ਕਰਮ ਕਰੀ ਜਾਂਦਾ ਹੈ, ਪਰ ਇਸ ਗੱਲ ਦੀ ਪੜਚੋਲ ਕੀਤੀ ਹੀ ਨਹੀਂ ਕਿ ਰੱਬ ਨੂੰ ਭਾਇਆ ਵੀ ਹੈ ਕਿ ਨਹੀਂ ਭਾਇਆ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਇੱਕ ਐਸੀ ਦਾਤ ਹੈ, ਪਹਿਲੇ ਸ਼ਲੋਕ ਦੇ ਵਿੱਚ ਆਖਿਆ ਹੈ, ਜੋ ਤੂੰ ਆਪਣੇ ਆਪ ਕਹਿੰਦਾ ਵੀ ਇਹ ਤਾਂ ਮੈਂ ਆਪਣੇ ਬਲ ਨਾਲ ਕਰ ਲਿਆ, ਮੈਂ ਕੀਤਾ ਹੈ। ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਅਸਲ ਵਿੱਚ ਕਰਾਮਾਤ ਕ੍ਰਿਸ਼ਮਾ ਤਾਂ ਉਹ ਹੈ ਜੋ ਰੱਬ ਤਰੁੱਠ ਕੇ ਦਿੰਦਾ ਹੈ। ਰੱਬ ਤਰੁੱਠ ਕੇ ਕਦੋਂ ਦਿੰਦਾ? ਜਦੋਂ ਆਪਾਂ ਰੱਬ ਦਾ ਹੁਕਮ ਮੰਨਾਂਗੇ, ਉਹਦੇ ਹੁਕਮ ਦੇ ਵਿੱਚ ਆ ਜਾਵਾਂਗੇ। ਅਤੇ ਸਾਹਿਬ ਸੱਚੇ ਪਾਤਸ਼ਾਹ ਦੂਸਰੇ ਸ਼ਲੋਕ ਦੇ ਵਿੱਚ ਫਰਮਾਨ ਕਰ ਰਹੇ ਨੇ, ਵਾਹਿਗੁਰੂ ਨਿਰੰਕਾਰ ਜਿਸ ਨੇ ਸੰਸਾਰ ਬਣਾਇਆ ਹੈ, ਪੈਦਾ ਕੀਤਾ ਹੈ, ਇਹਦੇ ਵਿੱਚ ਜੀਵ ਦੁੱਖ ਵੀ ਪਾ ਰਹੇ ਨੇ, ਸੁੱਖ ਵੀ ਪਾ ਰਹੇ ਨੇ, ਸਭ ਤਰ੍ਹਾਂ ਦੇ ਜੀਵ ਹਨ। ਇਹ ਸੰਸਾਰ ਦੀ ਅਵਸਥਾ ਹੈ ਦੋ ਰੂਪਾਂ ਦੀ, ਦੁੱਖ ਸੁੱਖ ਸੰਸਾਰ ਦੀ ਦੋ ਤਰ੍ਹਾਂ ਦੀ ਗਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਤੂੰ ਉਸ ਵਾਹਿਗੁਰੂ ਦਾ ਚਾਕਰ ਬਣ, ਉਹਦਾ ਸੇਵਕ ਬਣ। ਫਿਰ ਸੇਵਕ ਕਿਸ ਨੂੰ ਆਖਿਆ ਗਿਆ ਹੈ ਕਿ ਬਾਹਰੋਂ ਕੋਈ ਬਾਣਾ ਪਾਉਣ ਦੇ ਨਾਲ ਕਿਸੇ ਤਰ੍ਹਾਂ ਦੇ ਚੱਕਰ ਚਿੰਨ੍ਹ ਧਾਰਨ ਗਰਭ ਦਾ ਸੇਵ ਬਣ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਸੇਵਕ ਉਹ ਹੈ ਜਿਹੜਾ ਰੱਬ ਦੇ ਵਿੱਚ ਸਮਾ ਜਾਵੇ। ਆਪਾਂ ਵੇਖਦੇ ਹਾਂ ਕਈ ਧਰਮ ਦੇ ਨਾਂ ਤੋਂ ਡਰਦੇ ਹੋਏ ਕਰਮ ਕਰੀ ਜਾਂਦੇ ਨੇ ਲੋਕ, ਕਈ ਰੱਬ ਤੋਂ ਡਰਦੇ ਹੋਏ ਕਰਮ ਕਰੀ ਜਾਂਦੇ ਨੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸ਼ੁਰੂਆਤ ਵਿੱਚ ਤਾਂ ਇਹ ਡਰ ਠੀਕ ਹੈ, ਪਰ ਇਹ ਰੱਬ ਦੀ ਕੈਸੀ ਭਗਤੀ ਜੇ ਤੇਰੇ ਅੰਦਰੋਂ ਡਰ ਹੀ ਖਤਮ ਨਹੀਂ ਹੋਇਆ। ਇਸ ਨੂੰ ਆਪਾਂ ਇੱਦਾਂ ਸਮਝ ਲਈਏ ਸੌਖੇ ਰੂਪ ਦੇ ਵਿੱਚ ਕਿ ਜਿਵੇਂ ਮਨੁੱਖ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ 'ਤੇ ਜਾਂਦਾ ਹੈ ਅਤੇ ਉੱਥੇ ਕੁਝ ਸਮਾਂ ਡਰਦਾ ਹੈ ਵੀ ਨਵੇਂ ਲੋਕ ਨੇ, ਨਵਾਂ ਰਹਿਣ ਵਾਲਾ ਥਾਂ ਹੈ, ਪਰ ਜਿਵੇਂ ਜਿਵੇਂ ਉੱਥੇ ਰਹਿੰਦਾ ਹੈ, ਵਿਚਰਦਾ ਹੈ, ਉਹ ਡਰ ਖਤਮ ਹੋਣ ਲੱਗ ਜਾਂਦਾ ਹੈ, ਲੋਕਾਂ ਨਾਲ ਪਿਆਰ ਬਣ ਜਾਂਦਾ ਹੈ, ਮਿੱਤਰਤਾ ਬਣ ਜਾਂਦੀ, ਸਾਂਝ ਪੈ ਜਾਂਦੀ ਹੈ। ਜਿੰਨਾ ਜ਼ਿਆਦਾ ਉੱਥੇ ਸਮਾਂ ਰਹਿੰਦੇ ਹੋਏ ਨੂੰ ਹੋ ਗਿਆ, ਉਹ ਡਰ ਖਤਮ ਹੋ ਗਿਆ, ਭੌ ਖਤਮ ਹੋ ਗਿਆ। ਹੁਣ ਬਿਲਕੁਲ ਉਹਨਾਂ ਲੋਕਾਂ ਦੇ ਨਾਲ ਘੁਲ ਮਿਲ ਗਿਆ ਹੈ, ਬਲਕਿ ਉਹਨਾਂ ਦਾ ਹੀ ਰੂਪ ਹੋ ਗਿਆ ਹੈ, ਇੱਕ ਰੂਪ ਹੋ ਗਏ ਨੇ, ਕੋਈ ਫਰਕ ਹੀ ਨਹੀਂ ਰਹਿ ਗਿਆ। ਜਿਸ ਦੇ ਮਰਜ਼ੀ ਘਰ ਚਲਾ ਜਾਂਦਾ ਜਾ ਕੇ ਬੈਠਦਾ, ਉਹ ਵੀ ਸਤਿਕਾਰ ਕਰਦੇ ਨੇ। ਪਰ ਜਦੋਂ ਨਵਾਂ ਆਇਆ ਤੇ ਡਰਦਾ ਸੀ ਕਿਸੇ ਦਾ ਗੇਟ ਖੜਕਾਉਣ ਤੋਂ ਵੀ, ਪਤਾ ਨਹੀਂ ਅੱਗੋਂ ਲੋਕ ਕਿਵੇਂ ਜੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਭਾਈ ਇਸੇ ਤਰ੍ਹਾਂ ਰੱਬ ਦੀ ਬੰਦਗੀ ਕਰਨ ਲੱਗਿਆ ਮਨੁੱਖ ਸ਼ੁਰੂ ਵਿੱਚ ਉਹਨੂੰ ਡਰਨਾ ਚਾਹੀਦਾ ਹੈ, ਪਰ ਜਿਵੇਂ ਜਿਵੇਂ ਰੱਬ ਦੀ ਭਗਤੀ ਕਰੇ ਤੇ ਰੱਬ ਦੀ ਭਗਤੀ ਕਰਨ ਦਾ ਕਿਵੇਂ ਲਾਭ ਹੋਇਆ ਕਿ ਰੱਬ ਤੋਂ ਹੁਣ ਡਰਦਾ ਨਹੀਂ ਹੈ, ਕਿਉਂਕਿ ਰੱਬ ਨਾਲ ਪ੍ਰੇਮ ਬਣ ਗਿਆ। ਜਿੱਥੇ ਪ੍ਰੇਮ ਹੋ ਜਾਵੇ ਉੱਥੇ ਡਰ ਨਹੀਂ ਰਹਿੰਦਾ। ਹੁਣ ਰੱਬ ਨਾਲ ਸਿੱਧੀ ਗੱਲਬਾਤ ਹੋ ਗਈ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਹੁਣ ਤੇਰੇ ਵਿੱਚ ਮੇਰੇ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ, ਪਰ ਸਾਰੀ ਉਮਰ ਇਸ ਡਰ ਕਰਕੇ ਚੱਲੀ ਜਾਵੇ, ਪਤਾ ਨਹੀਂ ਜੇ ਮੈਂ ਗੁਰਦੁਆਰੇ ਨਾ ਗਿਆ ਕੀ ਹੋ ਜਾਵੇਗਾ, ਜੇ ਮੈਂ ਇਹ ਹੋ ਗਿਆ ਪਤਾ ਨਹੀਂ ਕੀ ਹੋ ਜਾਵੇਗਾ। ਇਹ ਕੈਸੀ ਭਗਤੀ ਹੈ, ਕੈਸੀ ਚਾਕਰੀ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਸੇਵਕ ਉਹ ਹੈ ਜਿਹੜਾ ਰੱਬ ਦੀ ਭਗਤੀ ਕਰਦਾ ਕਰਦਾ ਰੱਬ ਦਾ ਰੂਪ ਹੋ ਜਾਵੇ, ਫਿਰ ਉੱਥੇ ਡਰ ਨਹੀਂ ਰਹਿੰਦਾ। ਪਰ ਇਹ ਤਾਂ ਸਾਰੀ ਉਮਰ ਡਰਦਾ ਹੀ, ਕਿਉਂਕਿ ਅਸਲ ਵਿੱਚ ਇਹਨੇ ਅੰਦਰੋਂ ਭਗਤੀ ਨਹੀਂ ਕੀਤੀ। ਨਵੀਂ ਥਾਂ 'ਤੇ ਜਾਓ, ਤੁਸੀਂ ਕਿਸੇ ਨਾਲ ਬੋਲ ਚਾਲ ਨਾ ਰੱਖੋ, ਸਾਰੀ ਉਮਰ ਡਰ ਬਣਿਆ ਰਹੇਗਾ। ਪਰ ਜਿਵੇਂ ਜਿਵੇਂ ਉੱਥੇ ਲੋਕਾਂ ਨਾਲ ਤੁਸੀਂ ਵਿਚਰੋਗੇ ਅਤੇ ਉੱਥੋਂ ਦੇ ਲੋਕਾਂ ਨਾਲ ਤੁਹਾਡਾ ਪਿਆਰ ਬਣ ਜਾਵੇਗਾ, ਘਰ ਵਰਗੀ ਗੱਲ ਬਣ ਜਾਵੇਗੀ, ਕੋਈ ਡਰ ਰਹੇਗਾ ਹੀ ਨਹੀਂ। ਪਰ ਜੇ ਤੁਸੀਂ ਉੱਥੇ ਸਾਂਝ ਆਪਣੀ ਨਹੀਂ ਬਣਾਈ ਤਾਂ ਸਾਰੀ ਉਮਰ ਡਰੀ ਜਾਓਗੇ, ਇਹ ਲੋਕ ਪਤਾ ਨਹੀਂ ਕਿਵੇਂ ਜੇ ਹਨ, ਕਿਉਂਕਿ ਉਹਨਾਂ ਨਾਲ ਸਾਂਝ ਹੀ ਨਹੀਂ ਬਣਾਈ। ਇਸੇ ਤਰ੍ਹਾਂ ਮਨੁੱਖ ਸਾਰੀ ਉਮਰ ਜੇ ਡਰਦਾ ਹੀ ਰਿਹਾ ਤਾਂ ਸਮਝ ਲਓ ਇਹਨੇ ਬਾਹਰੋਂ ਕਰਮ ਕਾਂਡ ਕੀਤਾ ਹੈ, ਰੱਬ ਦੀ ਭਗਤੀ ਅਸਲ ਵਿੱਚ ਨਹੀਂ ਕੀਤੀ। ਜੇ ਰੱਬ ਦੀ ਭਗਤੀ ਕੀਤੀ ਹੁੰਦੀ ਤਾਂ ਰੱਬ ਵਿੱਚ ਅਭੇਦ ਹੋ ਜਾਂਦਾ। ਉਹ ਬਚਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇੱਥੇ ਫਰਮਾਨ ਕਰ ਰਹੇ ਨੇ, ਮਹੱਲਾ ਦੂਜਾ। ਏਕ ਨੇਹੀ ਚਾਕਰੀ ਜਿਤ ਭੋ ਖਸਮ ਨਾ ਜਾਏ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਭਾਈ ਇਹ ਤੇਰੀ ਕੈਸੀ ਚਾਕਰੀ ਹੈ, ਕੈਸੀ ਭਗਤੀ ਹੈ, ਜਿਤ ਭੋ ਖਸਮ ਨਾ ਜਾਏ, ਜਿਸ ਕਰਕੇ ਤੈਨੂੰ ਰੱਬ ਦਾ ਤੇਰੇ ਅੰਦਰੋਂ ਜਿਹੜਾ ਡਰ ਬਣਿਆ ਹੋਇਆ ਸੀ ਉਹ ਖਤਮ ਹੀ ਨਹੀਂ ਹੋਇਆ। ਸਾਰੀ ਉਮਰ ਉਹ ਇੱਕ ਭੈ ਬਣਿਆ ਰਿਹਾ, ਪਤਾ ਨਹੀਂ ਰੱਬ ਕਿਵੇਂ ਜਿਹਾ ਹੋਵੇਗਾ। ਜਦ ਕਿ ਗੁਰਬਾਣੀ ਨੇ ਤਾਂ ਕਿਹਾ ਪਰਮਾਤਮਾ ਪਰਮ ਦਿਆਲੂ ਹੈ, ਰਹਿਮਤਾਂ ਦਾ ਸਾਗਰ ਹੈ, ਬਖਸ਼ਿਸ਼ਾਂ ਦਾ ਸਮੁੰਦਰ ਹੈ, ਪਰ ਆਪਾਂ ਉਸ ਤੋਂ ਡਰੇ ਰਹੇ ਕਿਉਂਕਿ ਆਪਾਂ ਉਹਦੇ ਨਾਲ ਜੁੜੇ ਨਹੀਂ। ਜੁੜਨ ਦਾ ਤਰੀਕਾ ਕੀ ਹੈ? ਗੁਰੂ ਦੀ ਮੱਤ ਲੈ ਕੇ ਉਹਦਾ ਨਾਮ ਜਪਣਾ, ਗੁਰੂ ਦੀ ਮੱਤ ਦੇ ਧਾਰਨੀ ਹੋ ਕੇ। ਅਤੇ ਜਿਵੇਂ ਜਿਵੇਂ ਆਪਾਂ ਰੱਬ ਨਾਲ ਜੁੜਦੇ ਜਾਵਾਂਗੇ ਅੰਦਰੋਂ ਡਰ ਖਤਮ ਹੁੰਦਾ ਜਾਵੇਗਾ। ਸਿੰਪਲ ਜੀ ਇੱਕ ਹੋਰ ਗੱਲ ਹੈ, ਜਿਵੇਂ ਤੁਸੀਂ ਆਪਾਂ ਆਪਣੇ ਸ਼ਹਿਰ ਵਿੱਚ ਹੀ ਕੋਈ ਧਾਰਮਿਕ ਅਸਥਾਨ ਹੈ,
ਆਪਾਂ ਉੱਥੇ ਪਹਿਲਾਂ ਕਦੇ ਨਹੀਂ ਗਏ, ਪਰ ਆਪਾਂ ਅੱਜ ਗਏ ਹਾਂ ਅਤੇ ਮਨ ਵਿੱਚ ਸਹਿਮ ਬਣਿਆ ਹੋਇਆ, ਡਰ ਬਣਿਆ ਹੋਇਆ ਹੈ। ਉੱਥੇ ਆਪਾਂ ਕਿਸੇ ਨੂੰ ਬੁਲਾਉਂਦੇ ਨਹੀਂ ਛੇਤੀ। ਪਰ ਜਿਵੇਂ ਜਿਵੇਂ ਉਸ ਗੁਰਦੁਆਰੇ ਵਿੱਚ ਜਾਂ ਉਸ ਧਾਰਮਿਕ ਸਥਾਨ 'ਤੇ ਜਾਣ ਲੱਗ ਪਏ, ਉੱਥੋਂ ਦੇ ਲੋਕਾਂ ਨਾਲ ਪਿਆਰ ਬਣਨ ਲੱਗ ਪਿਆ, ਸਾਂਝ ਬਣਨ ਲੱਗ ਪਈ। ਅਤੇ ਪਹਿਲੇ ਦਿਨ ਉੱਥੇ ਡਰਿਆ ਸੀ, ਦੂਜੇ ਦਿਨ ਉਹ ਡਰ ਖਤਮ ਹੁੰਦਾ 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 ਸਾਲ 2 ਸਾਲ ਬਾਅਦ ਵਾਸਤੇ ਉਹ ਸਾਰੇ ਕਹਿੰਦੇ ਵੀ ਹੁਣ ਉਹ ਲੋਕ ਯਾਦ ਕਰਦੇ ਨੇ ਵੀ ਉਹ ਨਹੀਂ ਆਇਆ ਆਪਣੇ ਸੇਵਾ ਦੇ ਵਿੱਚ, ਕਿਉਂ? ਪ੍ਰੇਮ ਬਣ ਗਿਆ ਅਤੇ ਉਹਦਾ ਵੀ ਡਰ ਖਤਮ ਹੋ ਗਿਆ। ਜਦੋਂ ਆਉਂਦਾ ਆ ਕੇ ਜਿਹੜੀ ਕੋਈ ਸੇਵਾ ਕਰਨੀ ਉੱਥੇ ਆ ਕੇ ਲੱਗ ਜਾਂਦਾ ਹੈ। ਪਰ ਪਹਿਲੇ ਦਿਨ ਜਦੋਂ ਆਇਆ ਸੀ ਡਰਿਆ ਹੋਇਆ ਸੀ, ਪਤਾ ਨਹੀਂ, ਡਰ ਕੇ ਮੱਥਾ ਵੀ ਡਰ ਕੇ ਟੇਕਿਆ, ਸਹਿਮ ਦੇ ਵਿੱਚ ਬੁਲਾਇਆ ਨਹੀਂ ਕਿਸੇ ਨੂੰ। ਪਰ ਜਿਵੇਂ ਜਿਵੇਂ ਵਿਚਰਿਆ ਪਿਆਰ ਬਣ ਗਿਆ ਨਾ। ਇਸੇ ਤਰ੍ਹਾਂ ਰੱਬ ਦੀ ਭਗਤੀ ਅਸਲ ਵਿੱਚ ਉਹੀ ਕਰਦਾ ਜਿਹੜਾ ਇਸ ਤਰ੍ਹਾਂ ਰੱਬ ਦੇ ਨੇੜੇ ਹੁੰਦਾ ਹੈ। ਅਤੇ ਜਿਵੇਂ ਜਿਵੇਂ ਰੱਬ ਦੇ ਨੇੜੇ ਹੁੰਦਾ, ਰੱਬ ਦਾ ਜਿਹੜਾ ਡਰ ਬਣਾਇਆ ਹੈ ਨਾ ਪੁਜਾਰੀ ਲੋਕਾਂ ਨੇ ਜਾਂ ਹੋਰ ਪਖੰਡੀ ਲੋਕਾਂ ਨੇ, ਉਹ ਡਰ ਚੁੱਕਿਆ ਜਾਂਦਾ ਹੈ। ਜਿਵੇਂ ਭਗਤ ਰਵਿਦਾਸ ਜੀ ਦਾ ਇੱਕ ਬਚਨ ਹੈ ਕਿ ਐਸਾ ਸਮਾਂ ਸੀ ਲੋਕਾਂ ਨੇ ਰੱਬ ਦੇ ਨਾਂ 'ਤੇ ਕਬਜ਼ਾ ਕਰ ਲਿਆ ਸੀ, ਵੀ ਤੁਸੀਂ ਨਾਮ ਜਪੋਗੇ ਪਤਾ ਨਹੀਂ ਤੁਸੀਂ ਕਿਹੜੇ ਨਰਕਾਂ ਵਿੱਚ ਡਿੱਗ ਜਾਓਗੇ। ਸ਼ੂਦਰਾਂ ਨੂੰ ਇਹ ਕਹਿ ਦਿੱਤਾ ਗਿਆ ਵੀ ਜੇ ਤੁਸੀਂ ਧਾਰਮਿਕ ਸ਼ਸਤਰ ਪੜ੍ਹ ਲਏ ਜਾਂ ਧਾਰਮਿਕ ਕੋਈ ਕਰਮ ਕਰ ਲਿਆ, ਰੱਬ ਦੇ ਗੁਣ ਗਾ ਲਏ, ਤੁਹਾਡੇ ਨਾਲ ਪਤਾ ਨਹੀਂ ਕੀ ਹੋਵੇਗਾ। ਇੱਥੇ ਹੀ ਸਜ਼ਾ ਦਿੱਤੀ ਜਾਂਦੀ ਸੀ, ਡਰਾ ਦਿੱਤਾ ਗਿਆ। ਪਰ ਭਗਤ ਰਵਿਦਾਸ ਜੀ ਵਰਗੇ ਨਿਡਰ, ਉਹ ਸੱਚੇ ਸੂਰਮੇ, ਉਹਨਾਂ ਨੇ ਫਿਰ ਨਾਮ ਜਪਿਆ ਅਤੇ ਲੋਕਾਂ ਦੇ ਮਨ ਵਿੱਚੋਂ ਡਰ ਕੱਢਿਆ ਵੀ ਤੁਸੀਂ ਵੀ ਨਾਮ ਜਪ ਸਕਦੇ ਹੋ, ਡਰਨ ਦੀ ਲੋੜ ਨਹੀਂ ਹੈ। ਇਹ ਪਖੰਡੀਆਂ ਨੇ, ਪੁਜਾਰੀਵਾਦ ਨੇ ਤੁਹਾਡੇ ਅੰਦਰ ਭਰਮ ਪਾਤਾ ਵੀ ਤੁਸੀਂ ਧਾਰਮਿਕ ਸਥਾਨ 'ਤੇ ਨਹੀਂ ਜਾ ਸਕਦੇ, ਤੁਸੀਂ ਧਾਰਮਿਕ ਗ੍ਰੰਥ ਨਹੀਂ ਪੜ੍ਹ ਸਕਦੇ। ਉਹਨਾਂ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ। ਕਹਿੰਦੇ ਰੱਬ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ, ਕਿਉਂਕਿ ਪੁਜਾਰੀਵਾਦ ਨੇ, ਬ੍ਰਾਹਮਣਵਾਦ ਨੇ ਕਬਜ਼ਾ ਕਰ ਲਿਆ ਸੀ ਧਾਰਮਿਕ ਗ੍ਰੰਥਾਂ 'ਤੇ, ਧਾਰਮਿਕ ਅਸਥਾਨਾਂ 'ਤੇ, ਧਾਰਮਿਕ ਕਰਮਾਂ 'ਤੇ। ਸ਼ੂਦਰ ਨੂੰ ਕਿਹਾ ਵੀ ਤੂੰ ਨਾ ਧਾਰਮਿਕ ਅਸਥਾਨਾਂ 'ਤੇ ਜਾ ਸਕਦਾ ਹੈ, ਨਾ ਧਾਰਮਿਕ ਗ੍ਰੰਥ ਪੜ੍ਹ ਸਕਦਾ ਹੈ, ਨਾ ਹੀ ਕੋਈ ਧਰਮ ਦੇ ਕਰਮ ਕਰ ਸਕਦਾ ਹੈ। ਬਿਲਕੁਲ ਉਹਦੀ ਐਂਟਰੀ ਬੰਦ ਕਰ ਦਿੱਤੀ ਸਾਰੀਆਂ ਥਾਵਾਂ ਤੋਂ। ਪਰ ਭਗਤ ਰਵਿਦਾਸ ਜੀ ਕਹਿੰਦੇ ਪਿਓ, ਰੱਬ ਤੁਹਾਡੇ ਪਿਓ ਦੀ ਜਾਇਦਾਦ ਨਹੀਂ, ਉਹ ਤਾਂ ਸਾਰਿਆਂ ਦਾ ਹੈ। ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ। ਉਹ ਤਾਂ ਪ੍ਰੇਮ ਦਾ ਬੱਝਿਆ ਹੋਇਆ ਹੈ, ਪ੍ਰੇਮ ਉਹਨੂੰ ਕੋਈ ਵੀ ਕਰ ਸਕਦਾ ਹੈ। ਰੱਬ ਨੂੰ ਜਿਹੜਾ ਵੀ ਪ੍ਰੇਮ ਕਰੇਗਾ ਉਹ ਪਾ ਲਵੇਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤੇਰੀ ਕੈਸੀ ਭਗਤੀ, ਕੈਸੀ ਚਾਕਰੀ, ਜੇ ਤੇਰੇ ਅੰਦਰੋਂ ਰੱਬ ਦਾ ਡਰ ਨਹੀਂ ਖਤਮ ਹੋਇਆ, ਜੋ ਤੇਰੇ ਅੰਦਰ ਡਰ ਬਣਾਇਆ ਹੋਇਆ ਸੀ ਵੀ ਜੇ ਤੂੰ ਰੱਬ ਦਾ ਨਾਂ ਲੈ ਲਿਆ ਪਤਾ ਨਹੀਂ ਕੀ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੀ ਭਗਤੀ ਰੱਬ ਦੇ ਨੇੜੇ ਕਰਦੀ ਹੈ, ਅਤੇ ਜਦੋਂ ਆਪਾਂ ਕਿਸੇ ਦੇ ਨੇੜੇ ਹੋਵਾਂਗੇ ਡਰ ਖਤਮ ਹੋਵੇਗਾ। ਜਿਵੇਂ ਜਿਵੇਂ ਆਪਾਂ ਸਾਂਝ ਬਣਦੀ ਜਾਂਦੀ ਹੈ, ਉਹ ਜਿਹੜਾ ਅੰਦਰ ਡਰ ਬਣਿਆ ਹੋਇਆ ਹੈ ਨਾ, ਉਹ ਖਤਮ ਹੋ ਜਾਂਦਾ ਹੈ। ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ। ਸੇਵਕ ਕਾਢੀਏ ਦਾ ਅਰਥ ਆਖਿਆ ਜਾਂਦਾ ਹੈ। ਸੇਵਕ ਕਿਹਨਾਂ ਨੂੰ ਆਖਿਆ ਜਾਂਦਾ? ਜਿਹੜੇ ਰੱਬ ਦੇ ਵਿੱਚ ਸਮਾ ਜਾਣ। ਕੋਈ ਫਰਕ ਨਹੀਂ ਰਹਿੰਦਾ, ਕੋਈ ਫਰਕ ਨਹੀਂ ਰਹਿੰਦਾ, ਉਹਨੂੰ ਕਿਹਾ ਗਿਆ ਅਸਲ ਵਿੱਚ ਇਹ ਸੇਵਕ ਹੈ। ਜਿਹੜਾ ਭਗਤ ਸ਼ਬਦ ਹੈ ਇਹਦਾ ਕੀ ਅਰਥ ਹੈ? ਜੇ ਆਪਾਂ ਇਹਦੇ ਅੱਖਰਾਂ ਨੂੰ ਵਿਚਾਰੀਏ, ਭਗਤ ਦਾ ਅਰਥ ਭੈ ਨੂੰ ਗਤ ਕਰਨ ਵਾਲਾ, ਖਤਮ ਕਰਨ ਵਾਲਾ, ਭੈ ਦੀ ਗਤੀ ਕਰਨ ਵਾਲਾ। ਭਗਤੀ ਸ਼ਬਦ ਵੀ ਇਸੇ ਪਰਥਾਏ ਹੈ। ਜਿਹਦੇ ਅੰਦਰੋਂ ਭੈ ਮੁੱਕ ਗਿਆ ਹੈ, ਹੁਣ ਉਹਦੀ ਰੱਬ ਨਾਲ ਸਾਂਝ ਹੋ ਗਈ। ਇਹਨੂੰ ਹੋਰ ਸਮਝ ਲਈਏ ਆਪਾਂ, ਜਿਵੇਂ ਕੋਈ MLA ਹੈ ਜਾਂ ਕੋਈ ਵੱਡਾ ਅਫਸਰ ਹੈ, ਮੰਤਰੀ, ਪ੍ਰਧਾਨ ਮੰਤਰੀ, ਆਪਾਂ ਪਹਿਲੇ ਦਿਨ ਉਹਦੇ ਕੋਲ ਜਾਵਾਂਗੇ, ਡਰਾਂਗੇ। ਪਰ ਜੇ ਉਹਦੇ ਨਾਲ ਸਾਂਝ ਬਣਦੀ ਰਹੀ, ਜਾਂਦੇ ਆਉਂਦੇ ਰਹੇ, ਉਹ ਪ੍ਰੇਮ ਬਣ ਜਾਂਦਾ। ਫਿਰ ਉਹ ਆਪਣੇ ਕੋਲ ਨੌਕਰੀ ਰੱਖ ਲੈਂਦਾ ਵੀ ਤੂੰ ਮੇਰੇ ਕੋਲ ਆ ਜਾ,
ਫਿਰ ਹੁਣ ਉਹਦੇ ਨਾਲ ਬਹਿ ਕੇ ਗੱਲਬਾਤ ਵੀ ਕਰ ਲੈਂਦਾ ਹੈ। ਕਈ ਵਾਰ ਉਹ ਮੌਜ ਵਿੱਚ ਆਉਂਦਾ, ਕਹਿੰਦਾ ਚੱਲ ਆ ਜਾ ਆਪਾਂ ਦੋਵੇਂ ਬੈਠ ਕੇ ਚਾਹ ਪੀਂਦੇ ਹਾਂ, ਅੱਜ ਹੋਰ ਕੋਈ ਨਹੀਂ ਹੈ। ਪਹਿਲਾਂ ਉਸ ਮੰਤਰੀ ਤੋਂ, ਪ੍ਰਧਾਨ ਮੰਤਰੀ ਤੋਂ, MLA ਤੋਂ, ਕਿਸੇ ਵੱਡੇ ਅਫਸਰ ਤੋਂ ਡਰਦਾ ਸੀ, ਪਰ ਜਦੋਂ ਸਾਂਝ ਬਣ ਗਈ ਹੁਣ ਡਰ ਖਤਮ ਹੋ ਗਿਆ। ਪਰ ਉਹਦੇ ਅੰਦਰ ਅਦਬ ਹੁੰਦਾ ਵੀ ਇਹ ਮੇਰੇ ਤੋਂ ਵੱਡਾ ਹੈ, ਸਤਿਕਾਰ ਹੁੰਦਾ ਹੈ ਵੀ ਇਹ ਮੇਰੇ ਤੋਂ ਬਹੁਤ ਵੱਡਾ ਹੈ। ਇਸੇ ਤਰ੍ਹਾਂ ਰੱਬ ਦੇ ਨੇੜੇ ਹੋ ਜਾਂਦਾ ਭਗਤ, ਪਰ ਉਹਦੇ ਅੰਦਰ ਇੱਕ ਅਦਬ ਹੁੰਦਾ ਵੀ ਰੱਬ ਪਰਮਾਤਮਾ ਤਾਂ ਸਭ ਤੋਂ ਵੱਡਾ। ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਪਰ ਉਹ ਜਿਹੜਾ ਭੈ ਲੋਕਾਂ ਦੇ ਅੰਦਰ ਬਣਿਆ ਹੋਇਆ ਉਹ ਖਤਮ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਉਹੀ ਸੇਵਕ ਹੈ ਜਿਹਦੇ ਅੰਦਰੋਂ ਭਗਤੀ ਕਰਦਿਆਂ ਇਹ ਭੈ ਖਤਮ ਹੋ ਗਿਆ ਅਤੇ ਉਹ ਰੱਬ ਵਿੱਚ ਸਮਾ ਗਿਆ। ਪੌੜੀ ਨਾਨਕ ਅੰਤ ਨਾ ਜਾਪਣੀ ਅਰ ਤਾਕੇ ਪਾਰਾਵਾਰ। ਪੌੜੀ ਵਾਲਾ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਮਹਾਰਾਜ ਕਹਿੰਦੇ ਉਸ ਮਾਲਕ ਵਾਹਿਗੁਰੂ ਦਾ ਕੋਈ ਅੰਤ ਨਹੀਂ ਹੈ, ਉਸ ਵਾਹਿਗੁਰੂ ਦੇ ਪਾਰਾਵਾਰ ਦਾ ਕੋਈ ਅੰਤ ਨਹੀਂ ਹੈ। ਕਿਸੇ ਰੂਪ ਵਿੱਚ ਵੀ ਆਪਾਂ ਰੱਬ ਦਾ ਅੰਤ ਨਹੀਂ ਲੈ ਸਕਦੇ। ਵਾਹਿਗੁਰੂ ਪਰਮਾਤਮਾ ਨੇ ਸਾਡਾ ਸਰੀਰ ਬਣਾਇਆ ਹੈ, ਇਸ ਸਰੀਰ ਦਾ ਹੀ ਅੰਤ ਨਹੀਂ ਵੀ ਇਹਦੇ ਵਿੱਚ ਕੀ ਕੁਝ ਪਿਆ ਹੋਇਆ ਹੈ। ਅਜੇ ਆਪਾਂ ਇਸ ਸਰੀਰ ਦੇ ਬਿਲਕੁਲ ਨੇੜੇ ਵੀ ਨਹੀਂ ਗਏ। ਇਹਦੇ ਵਿੱਚ ਇੰਨਾ ਕੁ ਗੁਣ ਖਜ਼ਾਨਾ ਪਿਆ ਹੈ। ਵੇਖੋ, ਇਹਦੇ ਵਿੱਚੋਂ ਹੀ ਡਾਕਟਰ ਪੈਦਾ ਹੁੰਦੇ ਨੇ, ਇਹਦੇ ਵਿੱਚੋਂ ਹੀ ਵੇਖੋ ਕੈਸੇ ਕੈਸੇ ਦਿਮਾਗ ਰੋਸ਼ਨ ਵਿਦਵਾਨ ਪੈਦਾ ਹੁੰਦੇ ਨੇ। ਸਰੀਰ ਤਾਂ ਉਹੀ ਹੈ, ਸਾਰਾ ਕੁਝ ਇਸ ਸਰੀਰ ਵਿੱਚ ਛੁਪਿਆ ਹੋਇਆ। ਜਿਵੇਂ ਧਰਤੀ ਦੇ ਵਿੱਚ ਸਾਰਾ ਕੁਝ ਛੁਪਿਆ, ਭਾਵੇਂ ਤੁਸੀਂ ਕਪਾਹ ਬੀਜੋ, ਮੱਕੀ ਬੀਜ ਲਓ, ਕਣਕ ਬੀਜ ਲਓ, ਝੋਨਾ ਲਾ ਲਓ, ਗੰਨੇ ਲਾ ਲਓ, ਭਾਵੇਂ ਉੱਤੇ ਅੰਬ ਦੇ ਬੂਟੇ ਲਾ ਲਓ, ਅਮਰੂਦ ਦੇ ਬੂਟੇ ਲਾ ਲਓ, ਸੇਬ ਲਾ ਲਓ, ਜਿਹੜੇ ਮਰਜ਼ੀ, ਸਾਰਾ ਕੁਝ ਛੁਪਿਆ ਹੋਇਆ ਨਾ। ਪਰ ਆਪਾਂ ਇਕੱਲਾ ਬਾਗ ਲਾ ਕੇ ਆਖੀਏ ਨਹੀਂ ਹੋਰ ਕੁਝ ਹੈ ਹੀ ਨਹੀਂ, ਅਤੇ ਮੂਰਖਤਾ ਹੀ ਹੈ। ਚੰਦਨ ਵੀ ਇਹਦੇ ਵਿੱਚ ਹੀ, ਧਰਤੀ ਵਿੱਚ ਹੀ ਪੈਦਾ ਹੁੰਦਾ ਹੈ। ਚੀਲ ਵੀ ਇਹਦੇ ਵਿੱਚ, ਪਤਾ ਨਹੀਂ ਕਿੰਨੇ ਤਰ੍ਹਾਂ ਦੀ ਲੱਕੜ ਮਹਿੰਗੀ ਤੋਂ ਮਹਿੰਗੀ ਇਹ ਧਰਤੀ ਵਿੱਚ ਹੀ। ਸੋਨਾ ਚਾਂਦੀ ਬਿਲਕੁਲ ਇਹੀ ਸਾਡੇ ਸਰੀਰ ਵਿੱਚ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਬ੍ਰਹਿਮੰਡ ਵਿੱਚ ਹੈ ਉਹ ਸਾਡੀ ਕਾਇਆ ਦੇ ਵਿੱਚ ਹੈ। ਇਹ ਪਦਾਰਥ ਦਾ ਗਿਆਨ ਵੀ, ਪਰਮਾਤਮਾ ਦਾ ਗਿਆਨ ਵੀ। ਵਾਹਿਗੁਰੂ ਵੀ ਸਾਰੇ ਬ੍ਰਹਿਮੰਡ ਵਿੱਚ ਹੈ, ਵਾਹਿਗੁਰੂ ਸਾਡੇ ਸਰੀਰ ਵਿੱਚ ਵੀ ਹੈ। ਜੋ ਵਾਹਿਗੁਰੂ ਸਾਰੇ ਬ੍ਰਹਿਮੰਡ ਵਿੱਚ ਫੈਲਿਆ, ਇਹਦੇ ਅਰਥ ਦੋ ਤਰ੍ਹਾਂ ਹੋਣਗੇ। ਇਸ ਸਰੀਰ ਵਿੱਚੋਂ ਹੀ ਕੋਈ ਡਾਕਟਰ ਬਣਦਾ ਹੈ, ਕੋਈ ਬ੍ਰਹਮ ਗਿਆਨੀ ਬਣਦਾ ਹੈ। ਇਸ ਸਰੀਰ ਦੇ ਵਿੱਚ ਹੀ ਨਾ ਸਾਰਾ ਕੁਝ ਹੀ, ਜਿਹੜੇ ਪਾਸੇ ਮਰਜ਼ੀ ਲਾ ਲਓ। ਜੇ ਪਦਾਰਥ ਦੀ ਖੋਜ ਕਰੋਗੇ, ਪਦਾਰਥ ਦਾ ਗਿਆਨ ਮਿਲਣ ਲੱਗ ਜਾਵੇਗਾ। ਜੇ ਪਰਮਾਤਮਾ ਦੀ ਖੋਜ ਕਰੋਗੇ, ਉਹ ਵੀ ਇਸ ਸਰੀਰ ਵਿੱਚੋਂ ਹੀ ਮਿਲੇਗਾ। ਪਦਾਰਥ ਦਾ ਗਿਆਨ ਵੀ ਇਹਦੇ ਵਿੱਚੋਂ ਹੀ ਮਿਲੇਗਾ, ਜੋ ਵੀ ਖੋਜ ਲਓ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਸਾਖਤੀ ਦਾ ਇੱਥੇ ਅਰਥ ਹੈ ਬਨਾਵਟ, ਪੈਦਾਇਸ਼ ਕਰਨਾ। ਆਪ ਹੀ ਜੀਵਾਂ ਨੂੰ ਪੈਦਾ ਕਰਦਾ। ਸਾਰੀ ਸੰਸਾਰ ਦੀ ਬਣਾਵਟ ਬਣਾਉਣ ਵਾਲਾ ਵਾਹਿਗੁਰੂ ਆਪ ਹੈ, ਕੋਈ ਹੋਰ ਨਹੀਂ ਹੈ। ਜਿਵੇਂ ਸਨਾਤਨ ਮਤ ਦੇ ਅੰਦਰ ਇਹ ਮੰਨ ਲਿਆ ਗਿਆ, ਬ੍ਰਹਮੇ ਨੇ ਦੁਨੀਆ ਪੈਦਾ ਕੀਤੀ ਹੈ, ਵਿਸ਼ਨੂੰ ਪਾਲਦਾ ਹੈ, ਸ਼ਿਵ ਜੀ ਸੰਘਾਰ ਕਰਦਾ ਹੈ। ਪਰ ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਆਪ ਹੀ ਪੈਦਾ ਕਰਦਾ ਅਤੇ ਆਪ ਹੀ ਮਾਰਦਾ, ਪਾਲਦਾ ਵੀ ਆਪ ਹੀ, ਸਾਰਾ ਕੁਝ ਆਪ ਹੀ ਕਰਦਾ ਹੈ। ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੈ ਵਿਸਿਆਰ। ਬਣਾਈ ਹੋਈ ਰੱਬ ਦੀ ਇਸ ਦੁਨੀਆ ਦੇ ਵਿੱਚ ਇਕਨਾਂ ਦੇ ਗਲਾਂ ਵਿੱਚ ਜੰਜੀਰੀਆਂ ਪਈਆਂ ਨੇ, ਕੈਦ ਹੋਏ ਪਏ ਨੇ, ਦੁੱਖ ਸਹਾਰ ਰਹੇ ਨੇ। ਇੱਕ ਤੁਰੀ ਚੜ੍ਹੈ ਵਿਸਿਆਰ, ਇੱਕ ਵਧੀਆ ਘੋੜੀਆਂ ਅਤੇ ਗੱਡੀਆਂ 'ਤੇ ਸਵਾਰੀਆਂ ਲੈ ਕਰਦੇ ਨੇ, ਆਨੰਦ ਲੈਂਦੇ ਨੇ। ਐਸਾ ਕਿਉਂ ਹੈ? ਵਾਹਿਗੁਰੂ ਪਰਮਾਤਮਾ ਨੇ ਸੰਸਾਰ ਬਣਾਇਆ ਹੈ, ਉਹਦੇ ਵਿੱਚ ਜੀਵ ਕੋਈ ਦੁੱਖ ਪਾ ਰਿਹਾ, ਕੋਈ ਸੁੱਖ ਪਾ ਰਿਹਾ ਹੈ। ਉਹ ਵੀ ਵਾਹਿਗੁਰੂ ਦਾ ਹੁਕਮ ਹੈ ਕਿ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ। ਜਿਸ ਤਰ੍ਹਾਂ ਦੇ ਅਸੀਂ ਕਰਮ ਕਰਾਂਗੇ,
ਉਸ ਤਰ੍ਹਾਂ ਦਾ ਫਲ ਮਿਲੇਗਾ। ਇਹ ਉਹਨੇ ਖੁੱਲ੍ਹ ਦੇਤੀ, ਤੂੰ ਜੋ ਮਰਜ਼ੀ ਕਰ ਲੈ, ਉਹਦਾ ਫਲ ਤੈਨੂੰ ਮਿਲੇਗਾ। ਜਿਵੇਂ ਸਾਡੇ ਮੁਲਕ ਦੀ ਜਿਹੜੀ ਸਰਕਾਰ ਹੈ, ਸਾਡੇ ਮੁਲਕ ਦੇ ਜਿਹੜੇ ਕਾਨੂੰਨ ਨੇ, ਵੈਸੇ ਤਾਂ ਇੱਥੇ ਹੁਣ ਆਪਾਂ ਕਹਿੰਦੇ ਹਾਂ ਬੇੜਾ ਗਰਕ ਹੋਇਆ ਪਿਆ ਹੈ, ਕਾਨੂੰਨ ਨਾਮ ਦੀ ਕੋਈ ਚੀਜ਼ ਹੈ ਨਹੀਂ। ਵੈਸੇ ਜਿਹੜਾ ਕਾਨੂੰਨ ਹੈ, ਕੋਈ ਵੀ ਪੜ੍ਹਾਈ ਕਰੇ ਉਹ ਅਫਸਰ ਲੱਗ ਸਕਦਾ ਹੈ, ਪਰ ਇਹਨਾਂ ਨੇ ਤਾਂ ਪਹਿਲਾਂ ਵਾਲਿਆਂ ਦਾ ਵੀ ਬੇੜਾ ਗਰਕ ਕਰ ਦਿੱਤਾ। ਜਿਹੜੇ ਕੋਈ ਪਹਿਲਾਂ ਪੜ੍ਹੇ ਲਿਖੇ ਸੀ ਉਹਨਾਂ ਨੂੰ ਵੀ ਹਟਾ ਦਿੱਤਾ ਹੈ। ਵੈਸੇ ਕਾਨੂੰਨ ਇਹ ਹੈ, ਨਿਯਮ ਇਹ ਹੈ, ਜੇ ਕੋਈ ਜਿਸ ਤਰ੍ਹਾਂ ਦੀ ਪੜ੍ਹਾਈ ਕਰੇਗਾ ਸਰਕਾਰ ਵੱਲੋਂ ਉਸ ਤਰ੍ਹਾਂ ਦਾ ਉਹਨੂੰ ਮੁਰਾਤਬਾ ਦੇ ਦਿੱਤਾ ਜਾਂਦਾ ਹੈ। ਅਤੇ ਜੇ ਕੋਈ ਗੁਨਾਹ ਕਰਦਾ ਹੈ, ਜੇਲਾਂ ਬਣਾਉਣ ਵਾਲੀ ਵੀ ਸਰਕਾਰ ਹੈ, ਅਤੇ ਜਿਹੜੇ ਵੱਡੇ ਵੱਡੇ ਜੱਜਾਂ ਨੂੰ, ਵੱਡੇ ਵੱਡੇ ਅਫਸਰਾਂ ਨੂੰ ਸਰਕਾਰੀ ਰਿਹਾਇਸ਼ਾਂ ਦਿੱਤੀਆਂ ਨੇ, ਗੱਡੀਆਂ, ਸਹੂਲਤਾਂ, ਉਹ ਵੀ ਕੌਣ ਦਿੰਦੀ ਹੈ? ਸਰਕਾਰ ਹੀ ਦੇ ਰਹੀ ਹੈ। ਅਤੇ ਜਿਹੜੇ ਉਹ ਰੁਤਬਿਆਂ ਦਾ ਸੁੱਖ ਲੈ ਰਹੇ ਨੇ ਉਹ ਵੀ ਸਰਕਾਰ ਦੀ ਜਨਤਾ ਹੈ, ਅਤੇ ਜਿਹੜੇ ਜੇਲ੍ਹਾਂ ਵਿੱਚ ਬੰਦ ਕੀਤੇ ਨੇ ਉਹ ਵੀ ਕੋਈ ਬਾਹਰੋਂ ਨਹੀਂ ਲਿਆਂਦੇ ਹੈਗੇ, ਉਹ ਵੀ ਸਰਕਾਰ ਦੇ ਨੇ। ਪਰ ਉਹ ਸਰਕਾਰ ਨੇ ਕਾਨੂੰਨ ਬਣਾ ਤੇ, ਜੇ ਤੂੰ ਚੰਗਾ ਕਰਮ ਕਰੇਗਾ ਇਹ ਰੁਤਬੇ ਮਿਲਣਗੇ, ਸਹੂਲਤਾਂ ਮਿਲਣਗੀਆਂ, ਜੇ ਮਾੜੇ ਕੰਮ ਕਰੇਗਾ ਫਿਰ ਜੇਲ੍ਹ ਵਿੱਚ ਢੱਕ ਦਿਆਂਗੇ। ਇਹੀ ਪਰਮਾਤਮਾ ਦਾ ਨਿਯਮ ਹੈ, ਉਹਨੇ ਵੀ ਦੁਨੀਆ ਬਣਾਈ ਹੈ। ਅਜੇ ਦੁਨੀਆ ਵਿੱਚ ਤਾਂ ਹੇਰ ਫੇਰ ਹੋ ਜਾਂਦਾ, ਪਰ ਪਰਮਾਤਮਾ ਦੇ ਘਰ ਵਿੱਚ ਨਹੀਂ। ਜੇ ਤੁਸੀਂ ਭਗਤੀ ਕਰੋਗੇ, ਸ਼ੁਭ ਕਰਮ ਕਰੋਗੇ, ਉੱਚੇ ਮੁਰਾਦਵੇ ਮਿਲਣਗੇ, ਅਤੇ ਜੇ ਜੀ ਮਾੜੇ ਕਰਮ ਕਰੇਗਾ ਫਿਰ ਇੱਥੇ ਹੀ ਨਰਕ ਭੋਗਣਾ ਪੈਂਦਾ ਹੈ, ਦੁੱਖ ਸੁੱਖ ਇੱਥੇ ਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਆਪ ਕਰਾਏ ਕਰੇ ਆਪੋਂ ਕੈਸਿਓ ਕਰੀ ਪੁਕਾਰ। ਸਾਰਾ ਕੁਝ ਆਪ ਹੀ ਕਰ ਰਿਹਾ। ਜੇਲ੍ਹ ਵਿੱਚ ਬੰਦ ਕਰਨ ਵਾਲੀ ਸਰਕਾਰ ਵੀ ਆਪ ਹੈ, ਅਤੇ ਜਿਹੜੀਆਂ ਫੀਤੀਆਂ ਲਾਉਣ ਵਾਲੇ, ਉੱਚੇ ਰੁਤਬੇ ਦੇਣ ਵਾਲੀ ਸਰਕਾਰ ਵੀ ਉਹ ਆਪ ਹੀ ਹੈ। ਆਪ ਕਰਾਏ ਕਰੇ ਆਪ, ਵਾਹਿਗੁਰੂ ਸਾਰਾ ਕੁਝ ਕਰਨ ਵਾਲਾ ਆਪ ਹੀ ਹੈ। ਦੁੱਖ ਵੀ ਉਸ ਵਾਹਿਗੁਰੂ ਪਰਮਾਤਮਾ ਦੇ ਹੁਕਮ ਵਿੱਚ ਜੀਵ ਨੂੰ ਮਿਲਦਾ, ਜਿਵੇਂ ਜਿਹਨੇ ਕਰਮ ਕੀਤੇ ਨੇ। ਸੁੱਖ ਵੀ ਉਹਦੇ ਹੁਕਮ ਦੇ ਵਿੱਚ ਹੈ। ਫਿਰ ਹੋਰ ਆਪਾਂ ਦੂਸਰੇ ਮੁਲਕ ਦੀ ਸਰਕਾਰ ਕੋਲ ਜਾ ਕੇ ਥੋੜ੍ਹਾ ਪੁਕਾਰ ਕਰਾਂਗੇ। ਜੇ ਕੋਈ ਆਪਾਂ ਅਪੀਲ ਕਰਨੀ, ਜੇ ਬੰਦਾ ਕੋਈ ਜੇਲ੍ਹ ਵਿੱਚ ਬੰਦ ਹੋ ਗਿਆ, ਉਹਦੇ ਕੋਲ ਕੋਈ ਗੁਨਾਹ ਹੋ ਗਿਆ ਹੈ, ਉਹਦੀ ਅਪੀਲ ਇੰਡੀਆ ਵਾਲੇ ਜਾ ਕੇ ਪਾਕਿਸਤਾਨ ਦੀ ਸਰਕਾਰ ਕੋਲ ਨਹੀਂ ਕਰਨਗੇ, ਕਿਸੇ ਹੋਰ ਸਰਕਾਰ ਕੋਲ ਥੋੜ੍ਹਾ ਕਰਾਂਗੇ। ਆਪਾਂ ਆਪਣੀ ਸਰਕਾਰ ਕੋਲ ਹੀ ਅਪੀਲ ਕਰਾਂਗੇ ਨਾ, ਬਈ ਇੱਦਾਂ ਇਹਦੇ ਤੋਂ ਗੁਨਾਹ ਹੋ ਗਿਆ ਸੀ, ਸਜ਼ਾ ਇਹਨੂੰ ਮਿਲੀ ਹੈ ਅਤੇ ਇਹਨੂੰ ਹੁਣ ਮਾफ़ ਕਰ ਦਿਓ। ਵਕੀਲ ਕਰਨਾ ਪੈਂਦਾ, ਵਕੀਲ ਫਿਰ ਅਰਜ਼ੀ ਲਾਉਂਦਾ, ਜੀ ਇਹ ਗੁਨਾਹ ਹੋ ਗਿਆ ਸੀ, ਚਲੋ ਇਹਨੂੰ ਮਾफ़ ਕਰ ਦਿੱਤਾ ਜਾਵੇ, ਇਹਨੂੰ ਜ਼ਮਾਨਤ ਦੇ ਦਿੱਤੀ ਜਾਵੇ। ਇਸੇ ਤਰ੍ਹਾਂ ਗੁਰਮੁਖੋ ਉਸ ਵਾਹਿਗੁਰੂ ਪਰਮਾਤਮਾ ਦੀ ਬਣਾਈ ਹੋਈ ਦੁਨੀਆ 'ਤੇ ਜੇ ਆਪਾਂ ਆਪਣੇ ਤੋਂ ਗੁਨਾਹ ਹੋਏ ਨੇ, ਪਾਪ ਹੋਏ ਨੇ, ਅਤੇ ਆਪਾਂ ਦਲੀਲ ਪੁਕਾਰ ਕਿਹਦੇ ਕੋਲ ਕਰਨੀ? ਉਹ ਸੱਚੇ ਰੱਬ ਕੋਲ ਹੀ ਕਰਨੀ ਹੈ, ਨਾ ਕਿ ਉਹਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਆਰਾਧਨਾ ਕਰਨ ਲੱਗ ਜੀ। ਜੇ ਆਪਣੇ ਜੀਵਨ ਵਿੱਚ ਦੁੱਖ ਆ ਗਿਆ, ਰੋਗ ਆ ਗਿਆ ਹੈ, ਤੇ ਆਪਣੇ ਕਰਮਾਂ ਕਰਕੇ ਆਇਆ, ਗੁਨਾਹ ਕਰਕੇ ਆਇਆ। ਪਰ ਆਪਾਂ ਪੁਕਾਰ ਕਰਨ ਲੱਗ ਜਾਈਏ ਜਾ ਕੇ ਦੇਵੀ ਦੇਵਤਿਆਂ ਕੋਲ, ਮੜੀਆਂ ਮੱਟੀਆਂ ਦੀ ਪੂਜਾ ਕਰਨ ਲੱਗ ਜਾਈਏ, ਕੀ ਮਾਫ਼ ਹੋ ਜਾਵਾਂਗੇ? ਕਦੇ ਵੀ ਨਹੀਂ, ਕਿਉਂਕਿ ਉਹ ਇਸ ਦੇ ਜਿਹੜੇ ਅਧੀਨ ਹੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਆਪ ਕਰਾਏ ਕਰੇ ਆਪੋਂ ਕੈਸਿਓ ਕਰੀ ਪੁਕਾਰ। ਉਹ ਸਾਰਾ ਕੁਝ ਕਰਨ ਵਾਲਾ ਵਾਹਿਗੁਰੂ ਆਪ ਹੈ। ਇਸ ਕਰਕੇ ਕਿਹਦੇ ਕੋਲ ਹੋਰ ਜਾ ਕੇ ਪੁਕਾਰ ਕਰੀਏ? ਦੂਜੀ ਸਰਕਾਰ, ਦੂਜੇ ਮੁਲਕ ਦੀ ਸਰਕਾਰ ਕੋਲ ਪੁਕਾਰ ਨਹੀਂ ਕੀਤੀ ਜਾਵੇਗੀ। ਜਿਹੜੀ ਮੁਲਕ ਦੀ ਸਰਕਾਰ ਹੈ ਉਸੇ ਕੋਲ ਪੁਕਾਰ ਕੀਤੀ ਜਾਵੇਗੀ, ਅਪੀਲ ਕੀਤੀ ਜਾਵੇਗੀ। ਨਾਨਕ ਕਰਨਾ ਜਿਨ ਕੀ ਆਵਿਰ ਤਿਸ ਹੀ ਕਰਨੀ ਸਾਰ। ਜਿਸ ਵਾਹਿਗੁਰੂ ਨੇ ਇਹ ਕਰਨਾ ਕੀਤਾ, ਸਾਰਾ ਕੁਝ ਬਣਾਇਆ ਹੈ, ਉਹੀ ਸੰਭਾਲ ਕਰਦਾ ਹੈ। ਉਸ ਮਾਲਕ ਦੇ ਕੋਲ ਹੀ ਜੁਲੋ। ਜੇ ਤੁਹਾਡੇ ਜੀਵਨ ਵਿੱਚ ਮਹਾਰਾਜ ਕਹਿੰਦੇ ਕੋਈ ਪਾਪ, ਦੁੱਖ, ਰੋਗ ਆ ਗਿਆ ਹੈ, ਤਾਂ ਤੁਸੀਂ ਸੱਚੇ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਪੁਕਾਰ ਕਰੋ, ਅਰਦਾਸ ਕਰੋ, ਉਹ ਬਖਸ਼ ਦਿੰਦਾ ਹੈ। ਜਿਵੇਂ ਮਹਾਰਾਜ ਫਰਮਾਨ ਕਰਦੇ ਨੇ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੈ ਦਿਨਸ ਰਾਤ, ਹਰ ਲਾਜ ਰਖਾਏ ਹਮ ਬਾਰਕ, ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਜਨ ਨਾਨਕ ਦਾਸ ਹਰ ਕਾਂਢਿਆ, ਹਰ ਪੈਜ ਰਖਾਏ। ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ।
ਉਹ ਸੱਚੇ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਨਾਲ ਜੁੜੀਏ। ਉਸ ਤੋਂ ਬਿਨਾਂ ਸਾਨੂੰ ਹੋਰ ਕੋਈ ਨਹੀਂ ਬਖਸ਼ ਸਕਦਾ, ਨਾ ਕੋਈ ਦੇਵੀ, ਨਾ ਕੋਈ ਦੇਵਤਾ, ਨਾ ਕੋਈ ਕਬਰ ਮੜੀ ਸਾਡੀ ਸਹਾਇਤਾ ਨਹੀਂ ਕਰ ਸਕਦੀ। ਕੇਵਲ ਉਹ ਸੱਚੀ ਸਰਕਾਰ ਹੀ ਬਖਸ਼ ਸਕਦੀ ਹੈ। ਉਹ ਸੱਚੀ ਸਰਕਾਰ ਦੇ ਕੋਲ ਅਪੀਲ ਕਰੀਏ, ਦਲੀਲ ਕਰੀਏ, ਮਹਾਰਾਜ ਬਖਸ਼ ਲਵੋ। ਜਿਵੇਂ ਬਾਣੀ ਵਿੱਚ ਦਲੀਲ ਵੀ ਦਿੱਤੀ ਗਈ ਹੈ। ਭਗਤ ਸਧਨਾ ਜੀ ਕਹਿੰਦੇ ਨੇ ਨਾ, ਨਿਰਭ ਕੰਨਿਆ ਕੈ ਕਾਰਨ ਇੱਕ ਭਿਆ ਭੇਖ ਧਾਰੀ, ਕਾਮ ਮਾਰਤੀ ਸਵਾਰਤੀ ਵਾਕੀ ਪੈਜ ਸਵਾਰੀ। ਉਹਨਾਂ ਦੀ ਪੈਜ ਤੂੰ ਸਵਾਰੀ ਹੈ, ਸਾਡੇ 'ਤੇ ਵੀ ਕਿਰਪਾ ਕਰ। ਮੈਂ ਨਾ ਹੀ ਕਿਛ ਹੋਂ ਨਾ ਹੀ ਕਿਛ ਆਏ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਧਨਾ ਜਨ ਤੋਰਾ। ਕਿਤੇ ਅਜ਼ਾਮਲ ਦਾ ਵੀ ਪ੍ਰਮਾਣ ਦਿੱਤਾ ਗਿਆ ਹੈ, ਗਣਕਾ ਦਾ ਵੀ ਪ੍ਰਮਾਣ ਦਿੱਤਾ ਗਿਆ। ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਦੇ ਬਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।